ਤੇ ਕਮਰੇ 'ਚ ਚਲਾ ਗਿਆ। ਪਰ ਉਹਦੇ ਦਿਲ ਵਿੱਚ ਚੋਰ ਜ਼ਰੂਰ ਸੀ। ਉਹ ਮੇਰੇ ਨਾਲੋਂ ਨਜ਼ਰਾਂ ਚੁਰਾਉਂਦਾ ਗਿਆ, ਪਰ ਮੈਂ ਤਾਂ ਤੈਅ ਕਰ ਲਿਆ ਸੀ ਕਿ ਸੱਚ ਜਾਣ ਕੇ ਹੀ ਰਹੂੰਗੀ। ਮੈਂ ਸੋਚ ਲੈਤਾ ਸੀ ਇਸ ਵਾਰੀ ਕੁੜੀ ਮੈਂ ਆਪਣੇ ਭਰੋਸੇ 'ਤੇ ਲੈ ਲਵਾਂਗੀ, ਪਰ ਉਹਨੂੰ ਨਹੀਂ ਦੱਸਣਾ ਕਿ ਪਹਿਲਾਂ ਵਾਲੀਆਂ ਘਰ ਵਾਲੀਆਂ ਡਰ ਕੇ ਭੱਜ ਗਈਆਂ ਸੀ। ਮੈਂ ਉਹਨੂੰ ਸਮਝਾ ਦਿਉਂਗੀ, ਉਹਨੂੰ ਪੂਰਾ ਭਰੋਸਾ ਦਿਉਂਗੀ ਕਿ ਕੋਈ ਐਸੀ ਵੈਸੀ ਸਮੱਸਿਆ ਹੋਵੇ ਤਾਂ ਤੁਰੰਤ ਮੈਨੂੰ ਦੱਸੇ, ਮੈਂ ਉਹਦੀ ਸਮੱਸਿਆ ਦਾ ਹੱਲ ਕਰੂੰਗੀ। ਇਸ ਵਾਰੀ ਸਾਦਾ ਵਿਆਹ ਕਰਨ ਦਾ ਪਲਾਨ ਸੀ ਸਾਡਾ, ਤੇ ਮੈਂ ਆਪਣੇ ਬੇਟੇ ਦਾ ਵਿਆਹ ਕਰਵਾ ਦਿੱਤਾ। ਕੁੜੀ ਦਾ ਨਾਮ ਪ੍ਰੀਤ ਸੀ ਤੇ ਉਹ ਬਹੁਤ ਹੀ ਪਿਆਰੀ ਕੁੜੀ ਸੀ। ਮੇਰੀ ਕੁੜੀ ਨੇ ਮਨਾ ਵੀ ਕੀਤਾ ਸੀ ਕਿ ਮੰਮੀ ਵੀ ਇਸੇ ਹਾਲ ਵਿੱਚ ਰਹਿਣ ਦਿਓ। ਮੈਂ ਕਿਹਾ ਹੋ ਸਕਦਾ ਤੇਰੇ ਭਰਾ ਦਾ ਕੋਈ ਮੁਸ਼ਕਲ ਹੋਵੇ ਜਿਹਨੂੰ ਸੁਲਝਾਉਣਾ ਸਾਡਾ ਫਰਜ਼ ਹੈ। ਵਿਆਹ ਦਾ ਕੰਮ ਖਤਮ ਹੋ ਚੁੱਕਿਆ ਸੀ। ਇਸ ਵਾਰ ਅਸੀਂ ਰਿਸ਼ਤੇਦਾਰ ਨਹੀਂ ਬੁਲਾਏ, ਬਸ ਗਲੀ ਮੁਹੱਲੇ ਦੇ ਸਾਡੇ ਆਂਢੀ ਗੁਆਂਢੀ ਹੀ ਸਨ। ਰਾਤ ਹੋਈ ਤੇ ਮੈਂ ਪ੍ਰੀਤ ਨੂੰ ਮੇਰੇ ਬੇਟੇ ਦੇ ਕਮਰੇ 'ਚ ਛੱਡਣ ਗਈ ਤਾਂ ਉਹਦਾ ਹੱਥ ਆਪਣੇ ਹੱਥਾਂ ਵਿੱਚ ਫੜ ਕੇ ਕਿਹਾ, ਪ੍ਰੀਤ ਧੀਏ, ਮੇਰਾ ਬੇਟਾ ਇਸ ਵਿਆਹ ਲਈ ਰਾਜੀ ਨਹੀਂ ਸੀ, ਬੜੀ ਮੁਸ਼ਕਲ ਨਾਲ ਮਨਾਇਆ। ਜੇਕਰ ਕੋਈ ਰਾਤ ਨੂੰ ਇਹ ਉਲਟਾ ਸਿੱਧਾ ਕੰਮ ਕਰੇ ਜਾਂ ਤੈਨੂੰ ਡਰਾਉਣ ਦੀ ਕੋਸ਼ਿਸ਼ ਕਰੇ ਕਿ ਜਿਸ ਨੂੰ ਦੇਖ ਕੇ ਤੂੰ ਭੱਜ ਜਾਵੇਂ, ਪਰ ਮੇਰੀ ਬੇਟੀ ਤੂੰ ਡਰਨਾ ਨਹੀਂ, ਬਸ ਤੂੰ ਸਾਰਾ ਕੁਝ ਮੈਨੂੰ ਦੱਸ ਦੇਵੀਂ, ਇਹਦੀਆਂ ਗੱਲਾਂ 'ਚ ਨਾ ਆਈ। ਪ੍ਰੀਤ ਨੇ ਮੇਰੀ ਗੱਲ ਮੰਨ ਕੇ ਸਿਰ ਹਿਲਾ ਦਿੱਤਾ। ਮੈਨੂੰ ਥੋੜ੍ਹਾ ਜਿਹਾ ਸਕੂਨ ਮਹਿਸੂਸ ਹੋਇਆ। ਮੈਂ ਪ੍ਰੀਤ ਨੂੰ ਆਰਾਮ ਕਰਨ ਲਈ ਕਮਰੇ 'ਚ ਛੱਡ ਗਈ। ਉੱਥੇ ਇੱਕ ਸੋਫੇ 'ਤੇ ਹੀ ਲੇਟ ਗਈ। ਮੇਰੀ ਆਪਣੀ ਧੀ ਨੂੰ ਮੈਂ ਉਹਦੇ ਕਮਰੇ 'ਚ ਜਾ ਕੇ ਸੌਣ ਲਈ ਕਿਹਾ। ਰਾਤ ਬਹੁਤ ਹੋ ਚੁੱਕੀ ਸੀ। ਮੇਰੀ ਧੀ ਮੈਨੂੰ ਜਾਂਦੀ ਜਾਂਦੀ ਕਹਿੰਦੀ, ਮੰਮੀ, ਤੁਸੀਂ ਜੋ ਕੁਝ ਵੀ ਕਰ ਰਹੇ ਹੋ ਬਹੁਤ ਗਲਤ ਕਰ ਰਹੇ ਹੋ। ਹਰ ਮੁਸ਼ਕਲ ਦਾ ਹੱਲ ਵਿਆਹ ਹੀ ਨਹੀਂ ਹੁੰਦਾ। ਇਸ ਤਰ੍ਹਾਂ ਕਿਸੇ ਦੀ ਧੀ ਦੀ ਇੱਜ਼ਤ ਨਾਲ ਖਿਲਵਾੜ ਕਰਨਾ ਵਧੀਆ ਗੱਲ ਨਹੀਂ। ਮੇਰੀ ਕੁੜੀ ਤਾਂ ਚਲੀ ਗਈ। ਮੈਂ ਪਰਮਾਤਮਾ ਅੱਗੇ ਅਰਦਾਸਾਂ ਬੇਨਤੀਆਂ ਕਰਨ ਲੱਗੀ, ਹੇ ਪਰਮਾਤਮਾ, ਅੱਜ ਦੀ ਰਾਤ ਸੁੱਖ ਸ਼ਾਂਤੀ ਨਾਲ ਨਿਕਲ ਜਾਏ। ਟਾਈਮ ਪੀਸ ਦੀ ਸੂਈ ਟਿਕ ਟਿਕ ਮੇਰੇ ਸਿਰ ਵਿੱਚ ਵੱਜ ਰਹੀ ਸੀ। ਰਾਤ ਨੂੰ ਜਿਉਂ ਹੀ 2:30 ਵਜੇ ਉਹੀ ਕੁਝ ਹੋਇਆ ਜਿਸ ਦਾ ਮੈਨੂੰ ਡਰ ਸੀ। ਪ੍ਰੀਤ ਕਮਰੇ 'ਚੋਂ ਸਿਰ ਤੋਂ ਨੰਗੀ ਹੋਈ ਚੀਕਾਂ ਮਾਰਦੀ ਹੋਈ ਬਾਹਰ ਭੱਜ ਆਈ। ਉਹ ਵੀ ਘਰ ਵਿੱਚੋਂ ਬਾਹਰ ਭੱਜ ਜਾਣਾ ਚਾਹੁੰਦੀ ਸੀ। ਮੈਂ ਜਿਵੇਂ ਕਿਵੇਂ ਕਰਕੇ ਰੋਕ ਲਿਆ, ਉਹਨੂੰ ਪਾਣੀ ਪਿਆਇਆ ਤੇ ਸਮਝਾਇਆ। ਉਹ ਥੋੜ੍ਹਾ ਜਿਹਾ ਸ਼ਾਂਤ ਹੋ ਕੇ ਬੋਲੀ, ਮੰਮੀ, ਤੁਹਾਨੂੰ ਪਹਿਲਾਂ ਆਪਣੇ ਮੁੰਡੇ ਦੀ ਮੈਡੀਕਲ ਜਾਂਚ ਕਰਵਾਉਣੀ ਚਾਹੀਦੀ ਹੈ, ਨਹੀਂ ਅੱਜ ਇਹ ਦਿਨ ਨਾ ਦੇਖਣਾ ਪੈਂਦਾ। ਪ੍ਰੀਤ ਕੋਲ ਕੋਈ ਹੋਰ ਦੂਜਾ ਆਪਸ਼ਨ ਵੀ ਨਹੀਂ ਸੀ। ਉਹ ਬਹੁਤ ਸਮਝਦਾਰੀ ਨਾਲ ਜਿਵੇਂ ਕਿਵੇਂ ਕਰਕੇ ਹਰ ਹਾਲ ਵਿੱਚ ਰਿਸ਼ਤਾ ਨਿਭਾ ਸਕਦੀ ਸੀ, ਪਰ ਉਹ ਵੀ ਇਸ ਘਰ ਵਿੱਚ ਨਾ ਰਹੀ। ਸੁਰਿੰਦਰ ਨੂੰ ਇਕੱਲਿਆਂ ਹੀ ਛੱਡ ਕੇ ਚਲੀ ਗਈ। ਦੂਸਰੇ ਦਿਨ ਪ੍ਰੀਤ ਦੇ ਘਰੋਂ ਫੋਨ ਆਇਆ ਕਿ ਸਾਡੀ ਧੀ ਨੂੰ ਤਲਾਕ ਦੇ ਦੇਵੋ, ਨਹੀਂ ਤਾਂ ਅਸੀਂ ਕੋਰਟ ਕਚਹਿਰੀਆਂ ਵੀ ਜਾਣਦੇ ਹਾਂ। ਮੈਂ ਸਿਰ ਫੜ ਕੇ ਉੱਥੇ ਹੀ ਬੈਠ ਗਈ। ਜਦੋਂ ਕਿਸਮਤ ਸਾਥ ਨਾ ਦੇਵੇ ਫਿਰ ਇਵੇਂ ਜਿਵੇਂ ਹੀ ਹੁੰਦਾ। ਮੈਂ ਸੋਚਦੀ ਸਾਂ, ਹੁਣ ਤਾਂ ਮੇਰੇ ਮੁੰਡੇ ਨੂੰ ਕੋਈ ਮਜਬੂਰੀ ਵਿੱਚ ਵੀ ਅਪਣਾਉਣ ਲਈ ਤਿਆਰ ਨਹੀਂ ਆ। ਪਹਿਲਾਂ ਜੋ ਬਹੂਆਂ ਸੀ ਉਹ ਸੋਹਣੀਆਂ ਤੇ ਪੜ੍ਹੀਆਂ ਲਿਖੀਆਂ ਵੀ ਸਨ, ਪਰ ਪ੍ਰੀਤ ਤਾਂ ਇੱਕ ਗਰੀਬ ਪਰਿਵਾਰ 'ਚੋਂ ਤੇ ਇੰਨੀ ਸੋਹਣੀ ਵੀ ਨਹੀਂ ਸੀ। ਲੋੜਵੰਦ ਇੱਕ ਵਿਧਵਾ ਔਰਤ ਸੀ। ਇਸਨੇ ਵੀ ਨਹੀਂ ਅਪਣਾਇਆ ਸੁਰਿੰਦਰ ਨੂੰ। ਮੈਨੂੰ ਸਮਝ ਨਾ ਆਏ ਕਿ ਹੁਣ ਕੀ ਕਰਨਾ ਚਾਹੀਦਾ ਹੈ। ਚਲੋ, ਮੈਂ ਸੁਰਿੰਦਰ ਦੇ ਦੋਸਤ ਨੂੰ ਫੋਨ ਕੀਤਾ ਜੋ ਵਿਦੇਸ਼ ਗਿਆ ਹੋਇਆ ਸੀ। ਉਹਨੂੰ ਪੁੱਛਿਆ ਕਿ ਸੁਰਿੰਦਰ ਤੇਰੇ ਨਾਲ ਕਦੇ ਕੋਈ ਆਪਣੀ ਜ਼ਿੰਦਗੀ ਦੀ ਗੱਲ ਸ਼ੇਅਰ ਕਰਦਾ ਹੋਵੇਗਾ। ਉਹ ਕਹਿੰਦਾ, ਕੀ ਗੱਲ ਹੋ ਗਈ ਆਂਟੀ ਜੀ, ਸਭ ਖੈਰੀਅਤ ਤਾਂ ਹੈ। ਮੈਂ ਉਸ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ, ਪਰ ਸੁਰਿੰਦਰ ਨੇ ਆਪਣੇ ਬਾਰੇ ਉਸ ਨੂੰ ਕੁਝ ਵੀ ਨਹੀਂ ਸੀ ਦੱਸਿਆ। ਹੌਲੀ-ਹੌਲੀ 4 ਮਹੀਨੇ ਨਿਕਲ ਗਏ। ਮੈਂ ਇੱਕ ਵਾਰ ਫਿਰ ਸੁਰਿੰਦਰ ਦਾ ਵਿਆਹ ਕਰਨ ਬਾਰੇ ਸੋਚਿਆ। ਇਸ ਵਾਰ ਤਾਂ ਮੈਂ ਪੱਕਾ ਮਨ ਬਣਾ ਲਿਆ ਕਿ ਸੱਚਾਈ ਦਾ ਪਤਾ ਲਗਾ ਕੇ ਛੱਡੂ। ਮੈਂ ਕੁੜੀ ਨੂੰ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ। ਕੁੜੀ ਨੂੰ ਵੀ ਵਿਆਹ ਦੀ ਸਖਤ ਲੋੜ ਸੀ। ਉਸ ਦੇ ਘਰ ਉਹਦੀਆਂ 2 ਛੋਟੀਆਂ ਭੈਣਾਂ ਸੀ। ਮੈਂ ਕਿਹਾ, ਤੂੰ ਮੇਰੇ ਬੇਟੇ ਨਾਲ ਵਿਆਹ ਕਰਵਾ ਲੈ, ਤੇਰੀਆਂ ਭੈਣਾਂ ਦੀ ਜ਼ਿੰਮੇਵਾਰੀ ਮੇਰੀ ਰਹੀ, ਤੇ ਵਿਆਹ ਤੇ ਵੀ ਮੈਂ ਤੁਹਾਡਾ 1 ਰੁਪਈਆ ਨਹੀਂ ਲੱਗਣ ਦਿਆਂਗੀ। ਚਲੋ, ਕੁੜੀ ਮੰਨ ਵੀ ਗਈ, ਉਹਦੇ ਮਾਂ-ਪਿਓ ਵੀ ਮੰਨ ਗਏ। ਕੁੜੀ ਥੋੜ੍ਹੀ ਜਿਹੀ ਡਰੀ ਕਿਉਂਕਿ ਮੈਂ ਕੁੜੀ ਨੂੰ ਸਾਰਾ ਕੁਝ ਸੱਚ ਦੱਸ ਦਿੱਤਾ ਸੀ, ਪਰ ਫਿਰ ਵੀ ਉਹ ਮਜਬੂਰੀ ਦੀ ਮਾਰੀ ਆਖਰ ਮੰਨ ਗਈ। ਕਹਿੰਦੀ, ਭਾਵੇਂ ਕੁਝ ਵੀ ਹੋ ਜਾਏ, ਮੈਂ ਤੁਹਾਡੇ ਬੇਟੇ ਨਾਲ ਵਿਆਹ ਕਰਵਾ ਲਿਆਉਂਗੀ।
ਜੇਕਰ ਮੇਰੀਆਂ ਭੈਣਾਂ ਦੀ ਜ਼ਿੰਦਗੀ ਬਣ ਜਾਊ ਤਾਂ ਮੈਂ ਕੁਝ ਵੀ ਕਰਨ ਲਈ ਤਿਆਰ ਹਾਂ। ਵੈਸੇ ਸਾਰੇ ਘਰ ਦੇ ਸਮਝੌਤੇ ਜਨਾਨੀਆਂ ਨੂੰ ਹੀ ਕਰਨੇ ਪੈਂਦੇ ਹਨ। ਮੈਂ ਉਹਦੀਆਂ ਇਹ ਗੱਲਾਂ ਸੁਣ ਕੇ ਅੰਦਰੋਂ ਅੰਦਰ ਬਹੁਤ ਖੁਸ਼ ਹੋਈ। ਸੋਚਿਆ ਕਿ ਜੇ ਇਹ ਮੇਰੇ ਘਰ ਦੀ ਨੂੰਹ ਬਣ ਜਾਏ ਤਾਂ ਬਹੁਤ ਹੀ ਚੰਗਾ ਹੋਵੇਗਾ। ਕੁੜੀ ਮੈਨੂੰ ਸੋਹਣੀ ਵੀ ਬਹੁਤ ਲੱਗੀ ਤੇ ਸੰਸਕਾਰੀ ਲੱਜਿਆਵਾਨ ਵੀ ਸੀ। ਚਲੋ ਉਹਨਾਂ ਦਾ ਵਿਆਹ ਹੋਇਆ, ਸਭ ਕੁਝ ਠੀਕ ਠਾਕ ਸੀ। ਪਰ ਹੈਰਾਨੀ ਵਾਲੀ ਗੱਲ ਤਾਂ ਉਦੋਂ ਹੋਈ ਜਦੋਂ ਰਾਤ ਨਿਕਲ ਗਈ। ਸਵੇਰ ਹੋਈ ਤਾਂ ਮੈਂ ਕਮਰੇ ਦਾ ਗੇਟ ਖੜਕਾਇਆ ਤਾਂ ਗੇਟ ਕਿਸੇ ਨੇ ਨਾ ਖੋਲ੍ਹਿਆ। ਮੈਂ ਬਹੁਤ ਘਬਰਾ ਗਈ। ਦੂਸਰੀ ਚਾਬੀ ਲੈ ਕੇ ਗੇਟ ਖੋਲ੍ਹਿਆ ਤਾਂ ਸਾਹਮਣੇ ਦੇਖ ਕੇ ਮੇਰੀ ਰੂਹ ਕੰਬ ਗਈ। ਸਾਹਮਣੇ ਬੈੱਡ ਤੇ ਮੇਰੀ ਨੂੰਹ ਬੇਹੋਸ਼ ਪਈ ਸੀ। ਸੁਰਿੰਦਰ ਵੀ ਕਿਤੇ ਨਜ਼ਰ ਨਹੀਂ ਆ ਰਿਹਾ ਸੀ। ਸ਼ਾਇਦ ਬਾਥਰੂਮ ਵਿੱਚ ਹੋਣਾ। ਮੈਂ ਜਲਦੀ ਹੀ ਫੋਨ ਡਾਕਟਰ ਨੂੰ ਕੀਤਾ ਤੇ ਬੁਲਾਇਆ। ਡਾਕਟਰ ਨੇ ਆ ਕੇ ਕਿਹਾ, ਇਹ ਕਿਸੇ ਡਰ ਦੀ ਵਜ੍ਹਾ ਨਾਲ ਬੇਹੋਸ਼ ਹੋਈ ਹੈ। ਇਹਦੇ ਸਰੀਰ ਤੇ ਕੋਈ ਚੋਟ ਦਾ ਨਿਸ਼ਾਨ ਵੀ ਦਿਖਾਈ ਨਹੀਂ ਦੇ ਰਿਹਾ। ਮੇਰੇ ਬੇਟੇ ਦੇ ਮੂੰਹ ਤੇ ਚਿੰਤਾ ਝਲਕ ਰਹੀ ਸੀ। ਐਵੇਂ ਲੱਗਦਾ ਸੀ ਜਿਵੇਂ ਉਹ ਵੀ ਇਹ ਹਾਲਾਤਾਂ ਤੋਂ ਪਰੇਸ਼ਾਨ ਹੋਵੇ। ਡਾਕਟਰ ਸਾਹਿਬ ਚੰਗੀ ਤਰ੍ਹਾਂ ਚੈੱਕਅਪ ਕਰਕੇ ਕੁਝ ਦਵਾਈਆਂ ਦੇ ਕੇ ਚਲੇ ਗਏ। ਡਾਕਟਰ ਨੇ ਕਿਹਾ ਇਸ ਨੂੰ ਜਲਦੀ ਹੋਸ਼ ਆ ਜਾਵੇਗਾ। ਸੁਰਿੰਦਰ ਤਿਆਰ ਹੋ ਕੇ ਦਫ਼ਤਰ ਚਲਾ ਗਿਆ। ਥੋੜੇ ਸਮੇਂ ਬਾਅਦ ਹੀ ਮੇਰੀ ਨੂੰਹ ਨੂੰ ਹੋਸ਼ ਆ ਗਿਆ। ਹੋਸ਼ ਆਉਂਦਿਆਂ ਹੀ ਉਹ ਬਾਹਰ ਭੱਜਣ ਲੱਗੀ। ਮੈਂ ਉਸ ਨੂੰ ਬਾਂਹ ਤੋਂ ਫੜ ਲਿਆ। ਕਿਹਾ, ਬੇਟਾ ਤੂੰ ਐਵੇਂ ਨਾ ਕਰ। ਮੈਂ ਤਾਂ ਤੈਨੂੰ ਸਾਰੀ ਸੱਚਾਈ ਦੱਸੀ ਹੋਈ ਹੈ ਤੇ ਤੂੰ ਮੰਨ ਵੀ ਗਈ ਸੀ। ਉਹ ਮੈਨੂੰ ਕਹਿੰਦੀ, ਆਂਟੀ ਜੀ ਮੈਂ ਹੁਣ ਇਸ ਘਰ ਵਿੱਚ ਨਹੀਂ ਰਹਿਣਾ। ਤੁਸੀਂ ਫਿਕਰ ਨਾ ਕਰੋ, ਮੈਂ ਮੇਰੇ ਮਾਂ ਪਿਓ ਨੂੰ ਨਹੀਂ ਦੱਸਾਂਗੀ। ਮੈਂ ਕਿਹਾ, ਧੀਏ ਤੂੰ ਐ ਨਾ ਕਰ। ਪਰ ਉਹ ਤਾਂ ਮੇਰੀ ਸੁਣੇ ਹੀ ਨਾ। ਉਹ ਕਹਿੰਦੀ, ਆਂਟੀ ਜੀ ਮੈਨੂੰ ਮਾਫ਼ ਕਰ ਦਿਓ ਪਰ ਮੈਂ ਇਸ ਘਰ ਵਿੱਚ ਨਹੀਂ ਰਹਿ ਸਕਦੀ। ਮੈਂ ਕਿਹਾ, ਮੈਨੂੰ ਦੱਸ ਤਾਂ ਦੇ, ਆਖਰ ਤੁਹਾਡੇ ਦੋਵਾਂ ਵਿਚਕਾਰ ਹੋਇਆ ਕੀ ਹੈ? ਮੈਂ ਸੱਚ ਜਾਣਨਾ ਚਾਹੁੰਦੀ ਹਾਂ। ਤੂੰ ਮੇਰੇ ਨਾਲ ਵਾਅਦਾ ਵੀ ਕੀਤਾ ਸੀ ਕਿ ਮੈਂ ਸੁਰਿੰਦਰ ਦੀ ਸੱਚਾਈ ਤੁਹਾਨੂੰ ਦੱਸੂਗੀ। ਆਂਟੀ ਜੀ ਮੈਂ ਸੁਰਿੰਦਰ ਦੀ ਸੱਚਾਈ ਬਾਰੇ ਨਹੀਂ ਦੱਸ ਸਕਦੀ। ਜੇਕਰ ਮੈਂ ਤੁਹਾਨੂੰ ਸੁਰਿੰਦਰ ਬਾਰੇ ਬੋਲੀ ਤਾਂ ਉਹ ਮੈਨੂੰ ਜਾਨੋਂ ਮਾਰ ਦੇਵੇਗਾ। ਚਲੋ ਮੈਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ। ਸੁਰਿੰਦਰ ਨੇ ਮੇਰੀਆਂ ਭੈਣਾਂ ਤੇ ਮਾਂ ਪਿਓ ਨੂੰ ਵੀ ਮਾਰ ਦੇਣਾ। ਕਿਰਪਾ ਕਰਕੇ ਮੈਨੂੰ ਜਾਣ ਦਿਓ। ਉਹਦੀਆਂ ਅੱਖਾਂ ਵਿੱਚ ਨਿਮਰਤਾ ਤੇ ਜ਼ਿੰਦਗੀ ਦੇ ਹਾੜੇ ਕੱਢਦੀ ਤੋਂ ਮੇਰੇ ਤੋਂ ਉਸ ਨੂੰ ਰੋਕਿਆ ਨਾ ਗਿਆ। ਉਹ ਚਲੀ ਗਈ। ਮੈਂ ਉਡੀਕ ਕਰ ਰਹੀ ਸੀ ਕਿ ਕੁਝ ਸਮੇਂ ਬਾਅਦ ਹੀ ਉਹਦੇ ਮਾਪਿਆਂ ਦਾ ਫੋਨ ਆਉਣ ਵਾਲਾ ਹੈ, ਪਰ ਐਸਾ ਕੁਝ ਵੀ ਨਹੀਂ ਹੋਇਆ। ਸ਼ਾਇਦ ਉਹਨੇ ਜਾ ਕੇ ਆਪਣੇ ਮਾਪਿਆਂ ਨੂੰ ਨਹੀਂ ਦੱਸਿਆ। ਸੁਰਿੰਦਰ ਦੀਆਂ ਪਹਿਲੀਆਂ ਤਿੰਨੇ ਪਤਨੀਆਂ ਤਾਂ ਦੂਜੇ ਦਿਨ ਹੀ ਤਲਾਕ ਲੈ ਗਈਆਂ ਸੀ, ਪਰ ਇਸ ਮੇਰੀ ਨੂੰਹ ਨੇ ਐਸਾ ਕੁਝ ਵੀ ਨਹੀਂ ਕੀਤਾ। ਇਹਦਾ ਮਤਲਬ ਉਹ ਅਜੇ ਵੀ ਮੇਰੇ ਬੇਟੇ ਦੇ ਘਰ ਵਾਲੀ ਸੀ। ਮੈਂ ਸੋਚਿਆ ਕਿ ਸੁਰਿੰਦਰ ਦਾ ਮੈਡੀਕਲ ਚੈੱਕਅਪ ਕਰਵਾਇਆ ਜਾਵੇ। ਸੁਰਿੰਦਰ ਨੇ ਐਵੇਂ ਤਾਂ ਚੈੱਕਅਪ ਵੀ ਨਹੀਂ ਕਰਵਾਉਣਾ ਸੀ। ਇੱਕ ਦਿਨ ਮੈਂ ਉਸ ਨੂੰ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਪਾ ਕੇ ਦਿੱਤੀਆਂ। ਥੋੜੇ ਸਮੇਂ ਬਾਅਦ ਹੀ ਸੁਰਿੰਦਰ ਗੂੜੀ ਨੀਂਦ ਵਿੱਚ ਸੌਂ ਗਿਆ। ਮੈਂ ਡਾਕਟਰ ਨੂੰ ਫੋਨ ਕੀਤਾ। ਡਾਕਟਰ ਨੇ ਆ ਕੇ ਕੁਝ ਸੈਂਪਲ ਲਏ ਤੇ ਕਿਹਾ, ਜਿਵੇਂ ਹੀ ਰਿਪੋਰਟ ਆ ਜਾਵੇਗੀ ਮੈਂ ਤੁਹਾਨੂੰ ਦੱਸ ਦੇਵਾਂਗਾ। ਇੰਨਾ ਕਹਿ ਕੇ ਡਾਕਟਰ ਸਾਹਿਬ ਤਾਂ ਚਲੇ ਗਏ ਤੇ ਮੈਂ ਬੜੀ ਬੇਸਬਰੀ ਨਾਲ ਸੁਰਿੰਦਰ ਦੀਆਂ ਰਿਪੋਰਟਾਂ ਦੀ ਉਡੀਕ ਕਰਨ ਲੱਗੀ। ਦੂਸਰੇ ਦਿਨ ਡਾਕਟਰ ਦਾ ਫੋਨ ਆਇਆ। ਉਸਨੇ ਕਿਹਾ ਕਿ ਸੁਰਿੰਦਰ ਇੱਕਦਮ ਨਾਰਮਲ ਹੈ, ਘਬਰਾਉਣ ਵਾਲੀ ਕੋਈ ਗੱਲ ਨਹੀਂ, ਉਹਦੀਆਂ ਸਾਰੀਆਂ ਰਿਪੋਰਟਾਂ ਨਾਰਮਲ ਹਨ। ਇਹ ਸਭ ਸੁਣਦੇ ਸਾਰ ਹੀ ਮੇਰੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਮੈਂ ਕਿਹਾ, ਹੈ ਇਹ ਕਿਵੇਂ ਹੋ ਸਕਦਾ ਹੈ? ਜੇਕਰ ਸੁਰਿੰਦਰ ਨਾਰਮਲ ਹੈ ਤਾਂ ਵਿਆਹ ਤੋਂ ਦੂਸਰੇ ਦਿਨ ਬਾਅਦ ਉਹਦੇ ਘਰ ਵਾਲੀਆਂ ਕਿਉਂ ਭੱਜ ਜਾਂਦੀਆਂ ਹਨ? ਇਹ ਸੋਚ ਕੇ ਮੇਰਾ ਦਿਮਾਗ ਫਟਣ ਲੱਗਿਆ। ਚਲੋ ਮੈਂ ਮੇਰੀ ਇਸ ਨੂੰ ਕਮਲ ਦੇ ਘਰ ਚਲੀ ਗਈ। ਕਮਲ ਦੇ ਮਾਤਾ ਪਿਤਾ ਨੇ ਮੇਰਾ ਬਹੁਤ ਸਤਿਕਾਰ ਕੀਤਾ। ਸ਼ਾਇਦ ਉਹਨਾਂ ਨੂੰ ਸੱਚਾਈ ਦਾ ਪਤਾ ਨਹੀਂ ਸੀ। ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਮੈਂ ਕਮਲ ਨੂੰ ਲੈਣ ਆਈ ਹਾਂ। ਮੈਨੂੰ ਦੇਖਣ ਸਾਰ ਹੀ ਕਮਲ ਬਹੁਤ ਡਰ ਗਈ ਸੀ। ਉਹ ਸਾਡੇ ਵਿੱਚ ਬਹੁਤਾ ਟਾਈਮ ਨਾ ਬੈਠੀ ਤੇ ਕਮਰੇ 'ਚ ਚਲੀ ਗਈ। ਮੈਂ ਉਹਦੇ ਪਿੱਛੇ ਉਹਦੇ ਕਮਰੇ 'ਚ ਚਲੀ ਗਈ। ਮੈਨੂੰ ਦੇਖਦੇ ਹੀ ਕਮਲ ਬੋਲੀ, ਆਂਟੀ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਮੈਂ ਤੁਹਾਡੇ ਘਰ ਨਹੀਂ ਰਹਿ ਸਕਦੀ, ਫਿਰ ਤੁਸੀਂ ਮੈਨੂੰ ਕਿਉਂ ਲੈਣ ਆਏ ਹੋ? ਮੈਂ ਉਹਨੂੰ ਬਹੁਤ ਹੀ ਪਿਆਰ ਨਾਲ ਆਪਣੇ ਕੋਲ ਬਿਠਾਇਆ ਤੇ ਹੱਥ ਬੰਨ੍ਹ ਕੇ ਕਿਹਾ, ਧੀਏ ਮੇਰੀ ਆਸ ਦਾ ਚਿਰਾਗ ਬਸ ਤੂੰ ਹੀ ਹੈ। ਤੂੰ ਹੀ ਦੱਸ ਸਕਦੀ ਹੈ ਕਿ ਮੇਰੇ ਬੇਟੇ ਵਿੱਚ ਆਖਰ ਕੀ ਨੁਕਸ ਹੈ। ਇੱਕ ਮਜਬੂਰ ਮਾਂ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਹੈ, ਕਿਰਪਾ ਕਰਕੇ ਨਾ ਕਰ ਦੇਵੀਂ। ਮੇਰੇ ਹੱਥ ਜੋੜੇ ਦੇਖ, ਅੱਖਾਂ ਵਿੱਚ ਹੰਝੂ ਦੇਖ ਕੇ ਕਮਲ ਬੋਲੀ, ਆਂਟੀ ਜੀ ਪਲੀਜ਼ ਤੁਸੀਂ ਮੇਰੇ ਅੱਗੇ ਹੱਥ ਨਾ ਜੋੜੋ। ਮੈਂ ਕੀ ਕਰਾਂ, ਮੈਂ ਮਜਬੂਰ ਹਾਂ। ਮੈਂ ਕਿਹਾ, ਠੀਕ ਹੈ ਧੀਏ, ਜੇ ਮੈਨੂੰ ਨਹੀਂ ਦੱਸਣਾ
ਨਾ ਦੱਸ, ਪਰ ਤੂੰ ਮੇਰੀ ਮਦਦ ਤਾਂ ਕਰ ਹੀ ਸਕਦੀ ਐ। ਤੂੰ ਦੁਬਾਰਾ ਫਿਰ ਤੋਂ ਇੱਕ ਰਾਤ ਵਾਸਤੇ ਮੇਰੇ ਬੇਟੇ ਦੇ ਕਮਰੇ 'ਚ ਹੋਰ ਰਹਿ। ਮੈਂ ਤੇਰੇ ਨਾਲ ਹੀ ਉਸ ਕਮਰੇ ਵਿੱਚ ਰਹੂੰਗੀ। ਮੈਂ ਇਹ ਸਭ ਆਪਣੇ ਅੱਖੀਂ ਵੇਖਣਾ ਚਾਹੁੰਦੀ ਹਾਂ। ਪਹਿਲਾਂ ਤਾਂ ਕਮਲ ਡਰ ਗਈ, ਪਰ ਮੇਰੇ ਨਾਲ ਹੋਣ ਕਰਕੇ ਮੰਨ ਗਈ। ਉਸ ਤੋਂ ਬਾਅਦ ਕਮਲ ਮੇਰੇ ਨਾਲ ਆਉਣ ਲਈ ਤਿਆਰ ਹੋ ਗਈ। ਕਮਲ ਦੇ ਮਾਂ-ਪਿਓ ਨੇ ਸਾਨੂੰ ਬੜੀ ਖੁਸ਼ੀ ਨਾਲ ਵਿਦਾ ਕੀਤਾ। ਮੈਂ ਕਮਲ ਨੂੰ ਸੱਜ ਵਿਆਹੀ ਵਾਂਗ ਸਜਾ ਕੇ ਮੇਰੇ ਬੇਟੇ ਦੇ ਕਮਰੇ ਵਿੱਚ ਬਿਠਾ ਦਿੱਤਾ ਤੇ ਮੇਰੇ ਬੇਟੇ ਨੂੰ ਫੋਨ ਕੀਤਾ, ਬੇਟਾ ਕਮਲ ਘਰੇ ਆ ਗਈ, ਤੂੰ ਅੱਜ ਦਫ਼ਤਰ 'ਚੋਂ ਛੇਤੀ ਆ ਜਾਈਂ। ਕਮਲ ਘਰੇ ਇਕੱਲੀ ਹੀ ਹੈ। ਮੈਂ ਤੇਰੀ ਮਾਸੀ ਕੋਲ ਜਾ ਰਹੀ ਹਾਂ, ਅੱਜ ਰਾਤ ਉੱਥੇ ਹੀ ਰਹੂੰਗੀ। ਮੇਰੀ ਗੱਲ ਸੁਣ ਕੇ ਸੁਰਿੰਦਰ ਨੇ ਸਿਰਫ ਹਾਂ ਵਿੱਚ ਜਵਾਬ ਦੇ ਕੇ ਫੋਨ ਕੱਟ ਦਿੱਤਾ। ਮੈਂ ਮੇਰੇ ਬੇਟੇ ਦੇ ਕਮਰੇ ਵਿੱਚ ਹੀ ਲੁਕ ਕੇ ਬੈਠ ਗਈ। ਅੱਜ ਇਹ ਸਭ ਕੁਝ ਮੈਂ ਅੱਖੀਂ ਦੇਖਣਾ ਸੀ। ਥੋੜੇ ਸਮੇਂ ਬਾਅਦ ਹੀ ਕਮਰੇ ਦਾ ਗੇਟ ਖੁੱਲ੍ਹਿਆ ਤੇ ਸੁਰਿੰਦਰ ਅੰਦਰ ਆ ਗਿਆ। ਇੱਕ ਵਾਰ ਉਹਨੇ ਪਹਿਲਾਂ ਤਾਂ ਕਮਲ ਵੱਲ ਦੇਖਿਆ, ਬਿਨਾਂ ਕੁਝ ਬੋਲੇ ਬਾਥਰੂਮ ਵਿੱਚ ਵੜ ਗਿਆ। ਕਮਲ ਡਰੀ ਸਮੀ ਬੈਠੀ ਸੀ, ਇੰਜ ਲੱਗਦਾ ਸੀ ਜਿਵੇਂ ਹੁਣੇ ਉੱਠ ਕੇ ਭੱਜੂ। ਮੈਂ ਡਰੀ ਸਾਂ ਪਰ ਸਾਹ ਰੋਕ ਕੇ ਬੈਠੀ ਰਹੀ। ਥੋੜੇ ਸਮੇਂ ਬਾਅਦ ਅਚਾਨਕ ਬਾਥਰੂਮ ਦੇ ਵਿੱਚੋਂ ਕਿਸੇ ਜਨਾਨੀ ਦੇ ਚੀਕਾਂ ਮਾਰਨ ਦੀਆਂ ਆਵਾਜ਼ਾਂ ਆਉਣ ਲੱਗੀਆਂ। ਇਹ ਆਵਾਜ਼ਾਂ ਸੁਣਦੇ ਹੀ ਕਮਲ ਬੈੱਡ ਤੋਂ ਥੱਲੇ ਉਤਰ ਕੇ ਡਰ ਨਾਲ ਥਰ-ਥਰ ਕੰਬਣ ਲੱਗੀ। ਮੈਂ ਇਹ ਸਭ ਦੇਖ ਕੇ ਹੱਕੀ ਫੱਕੀ ਰਹਿ ਗਈ। ਅੰਦਰ ਤਾਂ ਸੁਰਿੰਦਰ ਗਿਆ ਸੀ ਤੇ ਫਿਰ ਜਨਾਨੀ ਦੀਆਂ ਆਵਾਜ਼ਾਂ ਕਿਵੇਂ? ਇੰਨੇ ਨੂੰ ਸੁਰਿੰਦਰ ਬਾਹਰ ਆਇਆ। ਸੁਰਿੰਦਰ ਨੂੰ ਦੇਖਦੇ ਸਾਰ ਹੀ ਮੈਂ ਬੇਹੋਸ਼ ਹੁੰਦੀ ਮਸਾਂ ਹੀ ਬਚੀ। ਉਸਨੇ ਆਪਣਾ ਹੁਲੀਆ ਬਦਲ ਕੇ ਔਰਤਾਂ ਵਾਲੇ ਕੱਪੜੇ ਪਾ ਲਏ ਸੀ। ਬਹੁਤ ਹੀ ਡਰਾਵਣਾ ਜਿਹਾ ਮੇਕਅਪ ਕੀਤਾ ਹੋਇਆ ਸੀ। ਅੱਖਾਂ ਵਿੱਚ ਇੰਜ ਲੱਗ ਰਿਹਾ ਸੀ ਜਿਵੇਂ ਖੂਨ ਨਿਕਲਦਾ ਹੋਵੇ। ਆਵਾਜ਼ ਵੀ ਔਰਤ ਦੀ ਤਰ੍ਹਾਂ ਹੀ ਕੱਢ ਰਿਹਾ ਸੀ ਤੇ ਕਮਲ ਨੂੰ ਕਹਿਣ ਲੱਗਿਆ, ਤੈਨੂੰ ਕਿਹਾ ਸੀ ਮੇਰੀ ਜ਼ਿੰਦਗੀ 'ਚ ਦੁਬਾਰਾ ਨਾ ਆਈ ਤੇ ਤੂੰ ਫੇਰ ਆ ਗਈ। ਹੁਣ ਤੂੰ ਆਪਣੀ ਮੌਤ ਦੀ ਜ਼ਿੰਮੇਵਾਰ ਖੁਦ ਹੋਵੇਂਗੀ। ਸੁਰਿੰਦਰ ਬਹੁਤ ਹੀ ਭਿਆਨਕ ਜਿਹੀਆਂ ਆਵਾਜ਼ਾਂ ਬੋਲਦਾ ਹੋਇਆ ਕਮਲ ਦੇ ਕੋਲ ਆ ਰਿਹਾ ਸੀ। ਕਮਲ ਕੂਕਾਂ ਮਾਰਦੀ ਹੋਈ ਮੇਰੇ ਕੋਲ ਆ ਗਈ। ਅਸੀਂ ਦੋਵੇਂ ਇੱਕ ਸਾਈਡ ਤੇ ਹੋ ਗਈਆਂ ਤੇ ਸੁਰਿੰਦਰ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗੀਆਂ। ਸੁਰਿੰਦਰ ਬੇਟਾ, ਤੈਨੂੰ ਇਹ ਕੀ ਹੋ ਗਿਆ? ਤੂੰ ਹੋਸ਼ ਵਿੱਚ ਤਾਂ ਹੈ? ਉਹਨੇ ਸਾਨੂੰ ਧੱਕਾ ਮਾਰਿਆ ਤੇ ਅੱਗੋਂ ਕਹਿੰਦਾ, ਕੌਣ ਸੁਰਿੰਦਰ? ਮੈਂ ਜਿਨਸੀ ਹਾਂ, ਮੇਰਾ ਨਾਮ ਜਿਨਸੀ ਹੈ। ਮੌਕਾ ਬਚਾ ਕੇ ਕਮਲ ਤਾਂ ਕਮਰੇ 'ਚੋਂ ਬਾਹਰ ਭੱਜ ਆਈ। ਇਸ ਤੋਂ ਪਹਿਲਾਂ ਇਹ ਮੇਰੇ ਕੋਲ ਆਉਂਦਾ ਤਾਂ ਮੈਂ ਬਾਹਰ ਆ ਕੇ ਕਮਰੇ ਦੀ ਕੁੰਡੀ ਲਾ ਦਿੱਤੀ। ਕਮਰੇ ਵਿੱਚੋਂ ਬਹੁਤ ਹੀ ਭਿਆਨਕ ਜਿਹੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਮੈਂ ਕਮਲ ਨੂੰ ਆਪਣੇ ਕਮਰੇ ਵਿੱਚ ਹੀ ਪਾ ਲਿਆ। ਕਮਲ ਬਹੁਤ ਹੀ ਡਰੀ ਹੋਈ ਸੀ। ਕਹਿੰਦੀ, ਆਂਟੀ ਜੀ, ਸੁਰਿੰਦਰ ਨੇ ਮੈਨੂੰ ਕਿਹਾ ਸੀ ਕਿ ਜੇ ਤੈਂ ਕਿਸੇ ਨੂੰ ਦੱਸਿਆ ਤਾਂ ਮੈਂ ਤੈਨੂੰ ਜਾਨੋਂ ਮਾਰ ਦਿਉ ਤੇ ਨਾਲੇ ਤੇਰੀਆਂ ਭੈਣਾਂ ਨੂੰ। ਆਂਟੀ ਜੀ, ਕਿਰਪਾ ਕਰਕੇ ਸਾਨੂੰ ਬਚਾ ਲਵੋ। ਮੈਂ ਕਮਲ ਨੂੰ ਕਿਹਾ, ਧੀਏ ਚੁੱਪ ਕਰ ਜਾ, ਕੁਛ ਨਹੀਂ ਹੋਵੇਗਾ। ਹੌਲੀ ਹੌਲੀ ਮੇਰੇ ਦਿਮਾਗ ਨੇ ਕੰਮ ਕੀਤਾ। ਮੈਂ ਸੋਚਿਆ ਕਿ ਸੁਰਿੰਦਰ ਤੇ ਕਿਸੇ ਭੂਤ ਪ੍ਰੇਤ ਦਾ ਸਾਇਆ ਹੈ। ਸਵੇਰ ਹੁੰਦਿਆਂ ਹੀ ਸਾਡੇ ਫੈਮਿਲੀ ਡਾਕਟਰ ਨੂੰ ਬੁਲਾਇਆ। ਤਕਰੀਬਨ 9 ਵਜੇ ਸਾਡੇ ਘਰ ਡਾਕਟਰ ਆਇਆ। ਮੈਂ ਸਾਰੀ ਗੱਲ ਉਹਨੂੰ ਖੁੱਲ੍ਹ ਕੇ ਦੱਸੀ ਤੇ ਮੈਨੂੰ ਲੱਗਦਾ ਜੀ ਇਹਨੂੰ ਓਪਰੀ ਹਵਾ ਹੋਈ ਹੈ। ਤਾਂ ਡਾਕਟਰ ਕਹਿਣ ਲੱਗਿਆ, ਮੈਨੂੰ ਨਹੀਂ ਲੱਗਦਾ, ਮੈਨੂੰ ਤਾਂ ਇਹ ਦਿਮਾਗੀ ਮਰੀਜ਼ ਲੱਗਦਾ ਹੈ। ਐਸੇ ਮਰੀਜ਼ ਨੂੰ ਪਾਗਲਪਣ ਦੇ ਦੌਰੇ ਪੈਂਦੇ ਹਨ। ਐਸੇ ਮਰੀਜ਼ ਕਿਸੇ ਮੂਵੀ ਜਾਂ ਕਿਤਾਬ ਨੂੰ ਪੜ੍ਹ ਕੇ ਹੋ ਜਾਂਦੇ ਹਨ ਤੇ ਉਹ ਆਪਣੇ ਆਪ ਨੂੰ ਉਸੇ ਕਰੈਕਟਰ ਵਿੱਚ ਉਤਾਰ ਲੈਂਦੇ ਹਨ। ਪਰ ਤੁਸੀਂ ਟੈਨਸ਼ਨ ਨਾ ਲਓ, ਇਹੋ ਜਿਹੇ ਮਰੀਜ਼ ਠੀਕ ਹੋ ਜਾਂਦੇ ਹਨ। ਇਹੋ ਜਿਹੇ ਮਰੀਜ਼ਾਂ ਨੂੰ ਕੁਝ ਦਵਾਈਆਂ ਦੀ ਤੇ ਪਿਆਰ ਦੀ ਜ਼ਰੂਰਤ ਹੁੰਦੀ ਹੈ। ਥੋੜਾ ਟਾਈਮ ਤਾਂ ਲੱਗਦਾ ਪਰ ਠੀਕ ਜ਼ਰੂਰ ਹੋ ਜਾਂਦਾ। ਨਵੀਂ ਵਹੁਟੀ ਨੂੰ ਦੇਖ ਕੇ ਸੁਰਿੰਦਰ ਨੂੰ ਪਾਗਲਪਣ ਦੇ ਦੌਰੇ ਪੈਂਦੇ ਸੀ ਤੇ ਦੌਰੇ ਕਿਉਂ ਪੈਂਦੇ ਸੀ, ਇਹਦਾ ਸੁਰਾਖ ਤਾਂ ਸੁਰਿੰਦਰ ਦੇ ਕਮਰੇ 'ਚੋਂ ਹੀ ਮਿਲੂ। ਇੱਕ ਵਾਰ ਸੁਰਾਖ ਮਿਲ ਜਾਵੇ ਤਾਂ ਇਹਦਾ ਇਲਾਜ ਆਪਾਂ ਚੰਗੀ ਤਰ੍ਹਾਂ ਕਰ ਲਵਾਂਗੇ। ਕਮਲ ਵੀ ਉੱਠ ਗਈ ਸੀ। ਰਾਤ ਨਾਲੋਂ ਮੈਨੂੰ ਕੁਝ ਠੀਕ ਲੱਗੀ। ਮੈਂ ਉਹਨੂੰ ਚਾਹ ਬਣਾ ਕੇ ਪਿਲਾਈ। ਚਾਹ ਪੀਂਦੇ ਸਾਰ ਹੀ ਬੋਲੀ, ਆਂਟੀ ਜੀ, ਮੈਨੂੰ ਲੱਗਦਾ ਕਿ ਮੈਨੂੰ ਹੁਣ ਆਪਣੇ ਘਰ ਚਲੇ ਜਾਣਾ ਚਾਹੀਦਾ। ਮੈਂ ਕਮਲ ਦੇ ਸਿਰ ਤੇ ਹੱਥ ਫੇਰਿਆ ਤੇ ਕਿਹਾ, ਧੀਏ, ਪਹਿਲਾਂ ਤਾਂ ਤੂੰ ਮੈਨੂੰ ਆਂਟੀ ਕਹਿਣਾ ਬੰਦ ਕਰ, ਤੂੰ ਮੈਨੂੰ ਮੰਮੀ ਜੀ ਕਿਹਾ ਕਰ ਤੇ ਨਾਲੇ ਹੁਣ ਤੇਰਾ ਘਰ ਇਹੀ ਹੈ। ਕਮਲ ਹੈਰਾਨ ਹੁੰਦੇ ਹੋਏ ਕਹਿੰਦੀ, ਇੰਨਾ ਸਭ ਕੁਝ ਦੇਖਣ ਤੋਂ ਬਾਅਦ ਤੁਸੀਂ ਕਿਵੇਂ ਇੰਨੇ ਯਕੀਨ ਨਾਲ ਕਹਿ ਸਕਦੇ ਹੋ? ਮੈਂ ਕਿਹਾ, ਮੈਂ ਆਪਣੇ ਘਰ ਡਾਕਟਰ ਨੂੰ ਬੁਲਾਇਆ ਸੀ। ਉਹ ਕਹਿੰਦਾ ਸੁਰਿੰਦਰ ਨੂੰ ਥੋੜ੍ਹੀ ਦੇਖਭਾਲ ਤੇ ਦਵਾਈਆਂ ਦੇ ਨਾਲ ਪਿਆਰ ਦੀ ਜ਼ਰੂਰਤ ਹੈ, ਜੋ ਆਪਾਂ ਦੋਵੇਂ ਮਿਲ ਕੇ ਕਰਾਂਗੀਆਂ। ਮੇਰਾ ਵਿਸ਼ਵਾਸ ਕਰ, ਸੁਰਿੰਦਰ ਬਹੁਤ ਹੀ ਚੰਗਾ ਮੁੰਡਾ ਹੈ, ਤੈਨੂੰ ਬਹੁਤ ਹੀ ਪਿਆਰ ਨਾਲ ਰੱਖੇਗਾ।
ਮੇਰੇ ਬਹੁਤ ਸਮਝਾਉਣ ਤੇ ਆਪਣੇ ਮਾਂ-ਪਿਓ ਤੇ ਭੈਣਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਕਮਲ ਇਸ ਘਰ ਵਿੱਚ ਰਹਿਣ ਲਈ ਮੰਨ ਗਈ। ਮੈਂ ਕਮਲ ਨੂੰ ਬਹੁਤ ਹੀ ਪਿਆਰ ਨਾਲ ਕਿਹਾ, ਧੀਏ ਹੁਣ ਤਾਂ ਇੱਕ ਵਾਰ ਮੈਨੂੰ ਮੰਮੀ ਕਹਿ ਦੇ। ਕਮਲ ਨੇ ਸੰਗਦੇ ਸੰਗਾਉਂਦੇ ਹੋਏ ਮੈਨੂੰ ਮੰਮੀ ਕਿਹਾ, ਜਿਸ ਨੂੰ ਸੁਣ ਕੇ ਮੇਰੇ ਦਿਲ ਵਿੱਚ ਠੰਡ ਪੈ ਗਈ। ਮੈਨੂੰ ਮੇਰੀਆਂ ਆਸਾਂ ਦਾ ਦੀਵਾ ਜਗਦਾ ਨਜ਼ਰ ਆਇਆ ਕਿ ਮੇਰੇ ਪੁੱਤ ਦਾ ਵੀ ਘਰ ਵਸ ਜਾਵੇਗਾ। 9 ਵਜੇ ਦੇ ਕਰੀਬ ਮੇਰੇ ਬੇਟੇ ਨੇ ਦਰਵਾਜ਼ਾ ਖੜਕਾਇਆ ਤੇ ਮੈਂ ਕੰਬਦੇ ਹੱਥਾਂ ਨਾਲ ਗੇਟ ਖੋਲ੍ਹ ਦਿੱਤਾ। ਮੈਨੂੰ ਕਹਿੰਦਾ, ਮਾਂ ਮੈਂ ਕਦੋਂ ਦਾ ਆਵਾਜ਼ਾਂ ਦੇ ਰਿਹਾ, ਗੇਟ ਬਾਹਰੋਂ ਕਿਸਨੇ ਬੰਦ ਕੀਤਾ? ਮੈਂ ਦਫ਼ਤਰ ਜਾਣ ਤੋਂ ਲੇਟ ਹੋਈ ਜਾ ਰਿਹਾ। ਮੈਂ ਕਿਹਾ, ਬੇਟਾ ਪਤਾ ਨਹੀਂ ਕਿਸਨੇ ਲਗਾਇਆ, ਚਲੋ। ਉਹ ਦਫ਼ਤਰ ਚਲਾ ਗਿਆ। ਮੈਂ ਕਮਰੇ ਅੰਦਰ ਗਈ, ਇੱਧਰ ਉੱਧਰ ਦੇਖਿਆ, ਕੁਝ ਨਜ਼ਰ ਨਹੀਂ ਆਇਆ। ਲੱਭਦਿਆਂ ਲੱਭਦਿਆਂ ਕਮਰੇ 'ਚੋਂ ਕਿਤਾਬਾਂ ਮਿਲੀਆਂ ਜੋ ਇੱਕ ਜਿਨਸੀ ਨਾਮ ਦੀ ਕੁੜੀ ਦੀਆਂ ਸਨ। ਜਿਨਸੀ ਨਾਮ ਦੀ ਕੁੜੀ ਨੂੰ ਨਵੀਂ ਵਹੁਟੀ ਦੇਖ ਕੇ ਦੌਰੇ ਪੈ ਜਾਂਦੇ ਸਨ। ਉਸ ਦੇ ਸਹੁਰਿਆਂ ਨੇ ਉਸ ਨੂੰ ਪਾਗਲ ਸਮਝ ਕੇ ਛੱਡ ਦਿੱਤਾ ਸੀ। ਉਸ ਦੀਆਂ ਕਿਤਾਬਾਂ ਨੂੰ ਪੜ੍ਹਦਿਆਂ ਪੜ੍ਹਦਿਆਂ ਹੀ ਮੇਰੇ ਬੇਟੇ ਨੇ ਆਪਣੇ ਆਪ ਨੂੰ ਉਸ ਦੇ ਕਰੈਕਟਰ ਵਿੱਚ ਉਤਾਰ ਲਿਆ ਸੀ, ਜਿਸ ਕਰਕੇ ਉਸ ਦੀ ਇਹ ਹਾਲਤ ਹੋਈ। ਮੈਂ ਡਾਕਟਰ ਨੂੰ ਫੋਨ ਕਰਕੇ ਦੱਸਿਆ। ਉਸ ਨੇ ਕਿਹਾ ਕਿ ਜਿਨਸੀ ਨਾਮ ਦੀਆਂ ਜਿੰਨੀਆਂ ਵੀ ਕਿਤਾਬਾਂ ਕਮਰੇ ਦੇ ਵਿੱਚ ਪਈਆਂ ਹਨ, ਸਾਰੀਆਂ ਨੂੰ ਬਾਹਰ ਕੱਢ ਦਿਓ। ਮੈਂ ਕੁਝ ਦਵਾਈਆਂ ਦੇਵਾਂਗਾ ਜਿਨ੍ਹਾਂ ਨਾਲ ਸੁਰਿੰਦਰ ਬਿਲਕੁਲ ਠੀਕ ਹੋ ਜਾਵੇਗਾ। ਅਸੀਂ ਇਸੇ ਤਰ੍ਹਾਂ ਕੀਤਾ ਤੇ ਹੌਲੀ ਹੌਲੀ ਸੁਰਿੰਦਰ ਬਿਲਕੁਲ ਨਾਰਮਲ ਹੋ ਗਿਆ। ਹੁਣ ਮੈਂ ਦੇਖਦੀ ਸਾਂ ਜਿੱਧਰ ਜਿੱਧਰ ਕਮਲ ਜਾਂਦੀ ਸੀ, ਸੁਰਿੰਦਰ ਦੀਆਂ ਅੱਖਾਂ ਪਿਆਰ ਨਾਲ ਉਹਦਾ ਪਿੱਛਾ ਕਰਦੀਆਂ ਸਨ ਤੇ ਸੁਰਿੰਦਰ ਬਿਲਕੁਲ ਠੀਕ ਹੋ ਚੁੱਕਿਆ ਸੀ। ਇੱਕ ਦਿਨ ਮੈਂ ਕਮਲ ਨੂੰ ਆਪਣੇ ਕਮਰੇ ਵਿੱਚ ਲੁਕ ਕੇ ਰਹਿਣ ਲਈ ਕਿਹਾ। 2 ਦਿਨ ਕਮਲ ਸੁਰਿੰਦਰ ਦੇ ਅੱਖਾਂ ਸਾਹਮਣੇ ਨਾ ਆਈ। ਸੁਰਿੰਦਰ ਮੈਨੂੰ ਪੁੱਛਣ ਲੱਗਿਆ, ਮਾਂ ਘਰ 2 ਦਿਨ ਤੋਂ ਖਾਲੀ ਖਾਲੀ ਲੱਗ ਰਿਹਾ, ਕਮਲ ਕਿੱਥੇ ਗਈ ਹੈ, ਨਜ਼ਰ ਨਹੀਂ ਆ ਰਹੀ। ਮੈਂ ਸਮਝਦੀ ਸੀ ਉਸ ਨੂੰ ਵੇਖਣ ਨੂੰ ਤਰਸ ਰਿਹਾ ਸੀ। ਮੈਂ ਕਿਹਾ, ਬੇਟਾ ਉਹ ਆਪਣੇ ਪਿੰਡ ਗਈ ਹੋਈ ਹੈ, ਕੱਲ ਨੂੰ ਆ ਜਾਊ। ਮੈਂ ਕਮਲ ਨੂੰ ਕਿਹਾ, ਧੀਏ ਅੱਜ ਇੱਕ ਵਾਰੀ ਹੋਰ ਤੈਨੂੰ ਇਹ ਕੁਰਬਾਨੀ ਦੇਣੀ ਪਊ। ਅੱਜ ਤੂੰ ਮੇਰੇ ਬੇਟੇ ਦੇ ਕਮਰੇ 'ਚ ਸੌਂ ਜਾਈਂ। ਕਮਲ ਪਹਿਲਾਂ ਤਾਂ ਡਰ ਗਈ, ਫਿਰ ਕਹਿੰਦੀ, ਚਲੋ ਠੀਕ ਹੈ ਮੰਮੀ ਜੀ। ਸ਼ਾਮ ਹੁੰਦਿਆਂ ਹੀ ਮੈਂ ਦੁਲਹਨ ਦੀ ਤਰ੍ਹਾਂ ਕਮਲ ਨੂੰ ਸਜਾ ਕੇ ਮੇਰੇ ਬੇਟੇ ਦੇ ਕਮਰੇ ਵਿੱਚ ਭੇਜ ਦਿੱਤਾ। ਰਾਤ ਹੋਈ ਤੇ ਮੈਂ ਡਰ ਰਹੀ ਸੀ, ਪਰ ਐਸਾ ਕੁਝ ਵੀ ਨਹੀਂ ਹੋਇਆ। ਸਵੇਰੇ ਨੂੰ ਦੋਵੇਂ ਜਣੇ ਆਪਣੇ ਕਮਰੇ 'ਚੋਂ ਹੱਸਦੇ ਹਸਾਉਂਦੇ ਬਾਹਰ ਆਏ। ਇਹ ਸਭ ਦੇਖ ਕੇ ਮੇਰਾ ਸੀਨਾ ਠਰ ਗਿਆ ਤੇ ਮੈਂ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕੀਤਾ ਕਿ ਹੇ ਰੱਬਾ, ਤੇਰਾ ਬਹੁਤ ਬਹੁਤ ਸ਼ੁਕਰ ਹੈ। ਤੇ ਦੋਸਤੋ, ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵੀਡੀਓ ਦੇਖਣ ਲਈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।